करना स्टार्ट सारा ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ ਜੋ ਸਾਡੀ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਡੀ ਕੰਟੀਨਿਊਸ ਡਰਾਈਵ ਚੱਲ ਰਹੀ ਹੈ ਹਰ ਤਰ੍ਹਾਂ ਦੇ ਕ੍ਰਿਮੀਨਲ ਐਲੀਮੈਂਟਸ ਦੇ ਅਗੇਂਸਟ ਉਹਦੇ 'ਚ ਸਾਨੂੰ ਪਿਛਲੇ ਦਿਨਾਂ 'ਚ ਵੱਡੀ ਸਫਲਤਾ ਮਿਲੀ ਹੈ ਜਦੋਂ ਖੰਨਾ ਪੁਲਿਸ ਨੂੰ ਜਾਲੀ ਕਰੰਸੀ ਤਿਆਰ ਕਰਨ ਵਾਲੀ ਜਿਹੜੀ ਅੰਤਰਰਾਜੀ ਗਿਰੋਹ ਹੁੰਦੀ ਹੈ ਉਹਦੇ ਅਸੀਂ 4 ਮੈਂਬਰ ਗ੍ਰਿਫਤਾਰ ਕੀਤੇ ਤੇ ਸਾਨੂੰ ਇਹਦੇ 'ਚ 15,05,000 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਇਹ ਸਾਰੀ ਡਰਾਈਵ ਦੀ ਸੁਪਰਵਿਜ਼ਨ ਐਸਪੀਡੀ ਮੈਡਮ ਪ੍ਰਗਿਆ ਜੈਨ ਨੇ ਕੀਤੀ। ਉਹਨਾਂ ਦੇ ਅੰਡਰ ਇੰਚਾਰਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ, ਐਸਐਚਓ ਸਦਰ ਹਰਦੀਪ ਔਰ ਇਹਨਾਂ ਦੋਨਾਂ ਦੀ ਜਿਹੜੀ ਟੀਮਸ ਹੈ ਉਹ ਇਨਵੋਲਵ ਸੀਗੀਆਂ। 13 ਅਪ੍ਰੈਲ ਨੂੰ ਐਸਐਚਓ ਥਾਣਾ ਸਦਰ ਇਹਨਾਂ ਦੀ ਪਾਰਟੀ ਨੇ 2 ਸ਼ੱਕੀ ਵਿਅਕਤੀ ਵਿਲੇਜ ਅਲੌੜ ਦੇ ਏਰੀਆ 'ਚ ਇੰਟਰਸੈਪਟ ਕੀਤੇ ਸੀਗੇ। ਉਹਨਾਂ ਨੂੰ ਸ਼ੱਕ ਦੇ ਬਿਨਾਂ 'ਤੇ ਜਦੋਂ ਉਹਨਾਂ ਦੀ ਤਲਾਸ਼ੀ ਲਿੱਤੀ ਗਈ, ਇੱਕ ਦਾ ਨਾਂ ਸੀਗਾ ਕਮਲਜੀਤ ਸਿੰਘ ਜਿਹੜਾ ਪਿੰਡ ਰਾਣਵਾ ਤਹਿਸੀਲ ਸਮਰਾਲੇ ਦਾ ਰਹਿਣ ਵਾਲਾ ਹੈ ਔਰ ਦੂਜਾ ਹਨੀ ਭਾਰਦਵਾਜ ਜਿਹੜਾ ਮਾਛੀਵਾੜਾ ਸਾਹਿਬ ਦਾ ਰਹਿਣ ਵਾਲਾ ਹੈ। ਜਿਹੜਾ ਕਮਲਜੀਤ ਸਿੰਘ ਹੈ ਉਹਦੀ ਤਲਾਸ਼ੀ 'ਚ ਸਾਨੂੰ 500 ਰੁਪਏ ਦੇ ਕਰੰਸੀ ਨੋਟ ਬਰਾਮਦ ਹੋਏ ਔਰ ਦੂਜੇ ਤੋਂ 200 ਰੁਪਏ ਦੇ। ਔਰ ਇਹ ਜਿਹੜੇ ਕਰੰਸੀ ਨੋਟ ਸੀਗੇ ਇਹਨਾਂ 'ਚ ਸੀਰੀਅਲ ਨੰਬਰ ਆਪਸ 'ਚ ਸਿਮਿਲਰ ਸੀਗੇ, ਜਿਸ ਤੋਂ ਪਤਾ ਲੱਗਦਾ ਸੀ ਕਿ ਜਾਲੀ ਕਰੰਸੀ ਹੈ, FICN ਫੇਕ ਇੰਡੀਅਨ ਕਰੰਸੀ ਨੋਟ। ਤੇ ਉਸ ਬਿਹਾਫ 'ਤੇ ਟੋਟਲ ਸਾਨੂੰ 67,500 ਰੁਪਏ ਜਾਲੀ ਕਰੰਸੀ ਦੀ ਬਰਾਮਦਗੀ ਹੋਈ ਸੀ ਇਹਨਾਂ ਦੋਨਾਂ ਤੋਂ, ਜਿਸ ਬਿਹਾਫ 'ਤੇ ਮੁਕੱਦਮਾ ਨੰਬਰ 60 13 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ ਥਾਣਾ ਸਦਰ ਅੰਡਰ ਸੈਕਸ਼ਨ 489 A B C D E IPC ਜਿਹੜੀ ਕਾਊਂਟਰਫੀਟ ਕਰੰਸੀ ਹੁੰਦੀ ਹੈ ਉਹਦੇ 'ਤੇ ਇਹ ਸੈਕਸ਼ਨਸ ਲੌਜ ਹੁੰਦੇ ਆ। ਸੋ ਡਿਊਰਿੰਗ ਫਰਦਰ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਨੋਂ ਦੋਸ਼ੀ ਹੈਗੇ ਇਹ ਜਾਲੀ ਕਰੰਸੀ ਨੋਟ ਬੇਸਿਕਲੀ ਇੱਕ ਮਨੋਜ ਕੁਮਾਰ ਉਰਫ ਵਿਜੇ ਹੈ ਜਿਹੜਾ ਵਾਸੀ ਰਾਜਸਥਾਨ ਹੈ ਉਹਦੇ ਤੋਂ ਪਿੱਛੋਂ ਲੈ ਕੇ ਆਉਂਦੇ ਸੀਗੇ। ਸੋ ਇਸ ਬੇਸ 'ਤੇ ਮਨੋਜ ਨੂੰ ਅਸੀਂ ਆਪਣੀ ਤਫਤੀਸ਼ 'ਚ ਨੋਮੀਨੇਟ ਕੀਤਾ ਔਰ ਐਸ ਪਰ ਜਿਹੜੇ ਲੀਗਲ ਪ੍ਰੋਸੀਜਰ ਵਰਤਦੇ ਹੋਏ ਅਸੀਂ ਉਹਦੇ ਅਰੈਸਟ ਵਾਰੰਟ ਲਏ ਤੇ ਫਿਰ ਅਸੀਂ ਉਹਨੂੰ ਅਜਮੇਰ ਤੋਂ ਅਰੈਸਟ ਕੀਤਾ 16 ਅਪ੍ਰੈਲ ਨੂੰ। ਔਰ ਉਸ ਦੇ ਨਾਲ ਸਾਨੂੰ ਉਸਦਾ ਸਾਥੀ ਜਿਹਦਾ ਨਾਮ ਮਦਨ ਲਾਲ ਹੈ, ਇਹ 2 ਲੋਕਾਂ ਨੂੰ ਉੱਥੋਂ ਮੁਲਜ਼ਮਾਂ ਨੂੰ ਅਸੀਂ ਫੜ ਕੇ ਲੈ ਕੇ ਆਏ ਰਾਜਸਥਾਨ ਤੋਂ ਤੇ ਇਹਨਾਂ ਤੋਂ ਸਾਨੂੰ 14,20,000 ਦੀ ਜਾਲੀ ਕਰੰਸੀ ਬਰਾਮਦ ਹੋਈ ਹੈ। ਤੇ ਇਸ ਦੇ ਨਾਲ ਸਾਨੂੰ ਇਹਨਾਂ ਤੋਂ ਇੱਕ ਤਾਂ ਲੈਪਟਾਪ ਮਿਲਿਆ ਜਿਹਦੇ 'ਚ ਇਹ ਕਰੰਸੀ ਪ੍ਰਿਪੇਅਰ ਕਰਦੇ ਸੀਗੇ, ਪ੍ਰਿੰਟਰ ਜਿਹਦੇ ਤੋਂ ਪ੍ਰਿੰਟ ਕਰਦੇ ਸੀ ਔਰ ਖਾਲੀ ਕਾਗਜ਼ ਵੀ ਮਿਲੇ ਜਿਹੜੀ ਸਾਰੀ ਮਤਲਬ ਪੈਰਾਫਰਨੈਲੀਆ ਹੁੰਦਾ ਜਿਸ ਦੇ ਨਾਲ ਇਹ ਫੇਕ ਕਰੰਸੀ ਤਿਆਰ ਕਰਦੇ, ਸਾਰਾ ਮਟੀਰੀਅਲ ਸਾਨੂੰ ਉੱਥੋਂ ਅਜਮੇਰ ਤੋਂ ਇਹਨਾਂ ਤੋਂ ਮਿਲਿਆ। ਸੋ ਕੁੱਲ ਮਿਲਾ ਕੇ ਇਹਨਾਂ ਦੋਸ਼ੀਆਂ ਤੋਂ ਸਾਨੂੰ ਹੁਣ ਤੱਕ 15,05,000 ਦੀ ਜਾਲੀ ਕਰੰਸੀ ਬਰਾਮਦ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਜਿਹੜੀ ਕਰੰਸੀ ਹਲੇ ਇਹਨਾਂ ਨੇ ਕਟਿੰਗ ਨਹੀਂ ਕੀਤੀ ਸੀਗੀ ਉਹਦੀ ਵੀ ਵਰਥ ਅਰਾਊਂਡ 5,84,000 ਰੁਪਏ ਦੀ ਬਰਾਮਦ ਹੋ ਚੁੱਕੀ ਹੈ। ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖ ਰਹੇ ਕਿ ਹੋਰ ਵੀ ਜੇ ਕੋਈ ਬੈਕਵਰਡ ਲਿੰਕ ਨਿਕਲਦਾ ਹੈ, ਕੁਝ ਹੋਰ ਵੱਡੀਆਂ ਗੱਲਾਂ ਇਹਨਾਂ ਤੋਂ ਸਾਹਮਣੇ ਆਉਂਦੀਆਂ। ਔਰ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਾਰਚ 'ਚ ਵੀ ਅਸੀਂ ਇੱਕ FICN ਦਾ ਜਿਹੜਾ ਜਾਲੀ ਕਰੰਸੀ ਦਾ ਪਰਚਾ ਹੁੰਦਾ ਉਹ ਦਰਜ ਕੀਤਾ ਸੀ ਸਿਟੀ 2 ਥਾਣੇ 'ਚ, ਜਿਹਦੇ 'ਚ ਸਾਨੂੰ 1,19,500 ਰੁਪਏ ਦੀ ਜਾਲੀ ਕਰੰਸੀ ਬਰਾਮਦ ਹੋਈ ਸੀਗੀ। ਔਰ ਇਹਦਾ ਕਹਿਣ ਦਾ ਮੇਰਾ ਪਰਪਸ ਇਹ ਹੈ ਕਿ ਅਸੀਂ ਤੁਹਾਡੇ ਮਾਧਿਅਮ ਦਾ ਹੀ ਅਪੀਲ ਕਰਨਾ ਚਾਹੁੰਦੇ ਹਾਂ ਪਬਲਿਕ ਨੂੰ, ਕਿਉਂਕਿ ਇਹ ਸੈਕਿੰਡ ਇਨਸੀਡੈਂਟ ਹੋ ਗਿਆ ਜਦੋਂ ਸਾਨੂੰ ਖੰਨਾ 'ਚ ਔਰ ਬੈਕਵਰਡ ਲਿੰਕੇਜ 'ਚ ਪਿੱਛੋਂ ਜਾ ਕੇ ਇੰਨੀ ਵੱਡੀ ਮਾਤਰਾ 'ਚ ਫੇਕ ਕਰੰਸੀ ਬਰਾਮਦ ਹੋਈ ਹੈ ਕਿ ਪਬਲਿਕ ਨੂੰ ਬਹੁਤ ਅਵੇਅਰ ਹੋਣਾ ਚਾਹੀਦਾ ਕਿ ਜਦੋਂ ਵੀ ਤੁਹਾਨੂੰ ਕੋਈ ਜਾਲੀ ਨੋਟ ਲੱਗਦਾ ਹੈ, ਸ਼ੱਕ ਹੁੰਦਾ ਹੈ ਕਿ ਕੋਈ ਜਾਲੀ ਕਰੰਸੀ ਹੈ ਤਾਂ ਇਮੀਡੀਏਟਲੀ ਜਾਂ ਪੁਲਿਸ ਨੂੰ ਇਨਫੋਰਮ ਕਰੋ ਜਾਂ ਬੈਂਕਸ ਨੂੰ ਜ਼ਰੂਰ ਇਨਫੋਰਮ ਕੀਤਾ ਜਾਵੇ। ਮੈਡਮ ਕਾਗਜ਼ ਜਿਹੜੇ ਬਰਾਮਦ ਹੋਏ ਸੀ ਇਹ ਆਮ ਕਾਗਜ਼ ਹੈ ਜਾਂ ਥੋੜੇ ਡਿਫਰੈਂਟ ਹੈ? ਆਮ ਕਾਗਜ਼ ਸੀ ਲੇਮੈਨ ਜਿਹੜਾ ਆਮ ਇਨਸਾਨ ਹੈ ਜਿਹੜਾ ਐਕਸਪਰਟ ਨਹੀਂ ਹੈ ਉਹ ਤਾਂ ਬਹੁਤ ਜ਼ਿਆਦਾ ਫਰਕ ਨਹੀਂ ਇਹਦੇ 'ਚ ਦੇਖ ਸਕਦਾ, ਬਟ ਡੈਫੀਨੇਟਲੀ ਜਿਹੜਾ ਇਸੇ ਲਾਈਨ 'ਚ ਦੇ ਕੇ ਨੋ ਦ ਡਿਫਰੈਂਸ ਜੋ ਐਕਸਪਰਟ ਹੋਏਗਾ। ਬਟ ਪਹਿਲੀ ਨਜ਼ਰੇ ਤੁਸੀਂ ਆਪ ਵੀ ਦੇਖ ਹੀ ਸਕਦੇ ਹੋ, ਇਟ ਲੁਕਸ ਲਾਈਕ ਗੁੱਡ ਕਰੰਸੀ। ਜਿਹੜੇ ਲੋਕਲ ਅਕਿਊਜ਼ ਸੀ ਉਹਨਾਂ ਨੇ ਕਿਸ ਤਰ੍ਹਾਂ ਸੰਪਰਕ ਕੀਤਾ ਨਾਲ, ਉਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਇਹ? ਸੀ ਜੋ ਹੁਣ ਤੱਕ ਜੀ ਸਾਡੀ ਪ੍ਰੀਲਿਮਿਨਰੀ ਤਫਤੀਸ਼ 'ਚ ਆਇਆ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਥਰੂ ਪਤਾ ਲੱਗਿਆ, ਇੱਕ ਦੂਜੇ ਦੇ ਕੰਟੈਕਟ 'ਚ ਆਇਆ, ਜਿੱਦਾਂ YouTube ਤੇ ਕਿਸੇ ਸਾਈਟ ਤੋਂ ਚੈੱਕ ਕਰ ਰਹੇ ਥੱਲੇ ਜਿਹੜਾ ਕਮੈਂਟ ਸੈਕਸ਼ਨ ਹੁੰਦਾ ਹੈ ਉਹਦੇ 'ਚ ਕਈ ਵਾਰ ਲੋਕਾਂ ਨੇ ਲਿਖਿਆ ਹੁੰਦਾ ਫਲਾਨੀ ਚੀਜ਼ ਲਈ ਮੈਨੂੰ ਕੰਟੈਕਟ ਕਰੋ, ਇਸ ਤਰ੍ਹਾਂ ਇਹਨਾਂ ਦਾ ਰਾਬਤਾ ਆਪਸ 'ਚ ਬਣਿਆ ਸੀ। ਜਿਹੜੀ ਕਰੰਸੀ ਦੇ ਵਿੱਚ ਮੈਡਮ ਨੰਬਰਿੰਗ ਹੈ ਉਹ ਡਿਫਰੈਂਟ ਹੈ ਕਿ ਸੇਮ ਹੈ? ਸੀ ਜਿਹੜੀ ਕਰੰਸੀ ਹੈ ਜਿਵੇਂ 500 ਦੇ ਨੋਟ ਹੈ, 200 ਦੇ ਹੈ, ਕੁਝ ਜਿਹੜੀ ਸਾਡੀ ਸੀਰੀਅਲ ਨੰਬਰ ਹੁੰਦੀ ਹੈ, ਕੁਝ ਦੀ ਇੱਕ ਨੋਟ 'ਚ ਵੀ ਹੈ ਤੇ ਇੱਕ ਹੋਰ ਨੋਟ 'ਚ ਵੀ ਹੈ, ਇੱਕ ਨੋਟ ਦਾ ਦੂਜੇ 'ਚ ਨਹੀਂ ਹੋ ਸਕਦਾ। ਸੋ ਉਹ ਵੀ ਇੱਕ ਇੰਡੀਕੇਸ਼ਨ ਹੈ ਕਿ ਜਾਲੀ ਕਰੰਸੀ ਹੈ ਔਰ ਇਸੇ ਤਰ੍ਹਾਂ ਬਾਕੀਆਂ 'ਚ ਵੀ ਹੈਗਾ। ਮੈਡਮ ਪ੍ਰੋਫੈਸ਼ਨਲ ਨੇ ਬੰਦੇ ਜੀ ਮਤਲਬ ਸੀ ਜਿਹੜਾ ਇਹਦੇ 'ਚ ਮੈਂ ਥੋੜੀ ਹੋਰ ਡਿਟੇਲ ਦੱਸ ਦਿੰਦੀ ਹਾਂ। ਜਿਹੜੇ ਦੋਸ਼ੀ ਹੈਗੇ
ਰਾਜਸਥਾਨ ਵਾਲੇ ਮਨੋਜ ਕੁਮਾਰ, ਇਹਦੇ ਤੇ ਪਹਿਲਾਂ ਵੀ 5 ਮੁਕੱਦਮੇ ਦਰਜ ਹੈ, ਜਿਨ੍ਹਾਂ ਚੋਂ ਇੱਕ ਮੁਕੱਦਮਾ ਇਹਦੇ ਤੇ ਜਾਲੀ ਕਰੰਸੀ ਦਾ ਹੀ ਸੀਗਾ। ਸੋ ਇਹਦਾ ਇਸ ਲਾਈਨ 'ਚ ਐਕਸਪੀਰੀਅੰਸ ਹੈਗਾ। Professional। ਹਾਂਜੀ, ਜਿਹੜਾ ਮੇਨ ਇਹਦਾ 'ਚ ਹੁਣ ਤੱਕ ਸਾਨੂੰ ਪਤਾ ਲੱਗਿਆ ਮਨੋਜ ਕੁਮਾਰ ਹੈ, ਇਹਦਾ ਹੀ ਸਾਰਾ ਪਲਾਨ ਸੀਗਾ, ਇਹ ਕਿੱਥੋਂ ਸਿੱਖਦਾ ਸੀ। ਤੇ ਡਿਊਰਿੰਗ ਤਫਤੀਸ਼ ਸਾਨੂੰ ਉਮੀਦ ਹੈ ਕਿ ਇਹਦੇ 'ਚ ਕੁਝ ਹੋਰ ਵੀ ਪਲੇਅਰ ਸਾਹਮਣੇ ਆ ਸਕਦੇ। ਮਾਰਕੀਟ ਦੇ ਵਿੱਚ ਮੈਡਮ ਕਿੰਨੀ ਕੁ ਕਰੰਸੀ ਹੈ ਨਿਕਲ ਚੁੱਕੀ ਹੈ? ਇਹ ਤਾਂ ਜੀ ਹਲੇ ਟੂ अर्ਲੀ ਟੂ ਅਸੈਸ ਹੈ, ਅਭੀ ਹਲੇ ਨਹੀਂ ਮੈਂ ਦੱਸ ਦੱਸਿਆ ਇਸ ਤਰ੍ਹਾਂ ਦੀ ਗੱਲ ਵੀ ਮਾਰਕੀਟ 'ਚ ਅਸੀਂ ਇੰਨੇ ਕਰੋੜ ਚਲਾ ਚੁੱਕੇ। ਨਹੀਂ ਜੀ, ਹਲੇ ਕਲੀਅਰ ਨਹੀਂ ਦੱਸਿਆ। ਇਹਨਾਂ ਦਾ ਨੈਟਵਰਕ ਕਿੱਥੇ ਤੱਕ ਸੀਗਾ, ਕੋਈ ਗੱਲਬਾਤ ਆਈ ਹੈ ਸਾਹਮਣੇ ਜੀ? ਫਿਲਹਾਲ ਤਾਂ ਜੀ ਇਹਨਾਂ ਦਾ ਨੈਟਵਰਕ ਪੰਜਾਬ ਔਰ ਰਾਜਸਥਾਨ ਦਾ ਤਾਂ ਸਾਹਮਣੇ ਆ ਹੀ ਗਿਆ ਹੈ। ਜੇ ਹੋਰ ਸਾਨੂੰ ਕੁਝ ਪਤਾ ਲੱਗਦਾ ਡਿਊਰਿੰਗ ਇਨਵੈਸਟੀਗੇਸ਼ਨ ਤੁਹਾਨੂੰ ਦੱਸਾਂਗੇ। ਕਿੰਨੀ ਕੇਸ ਹੈ? ਹੋਰ ਕਿੰਨੇ ਪਰਸਨ ਨੇ ਜਿਹੜੇ ਇਹ 'ਚ ਲੜੀਂਦੇ ਨੇ ਜਾਣਗੇ? ਇੱਕ ਦੋ ਹੈ ਜੀ ਸਾਡੇ ਰਡਾਰ 'ਚ, ਨਾਟ ਇਨ ਪੰਜਾਬ ਬਟ ਆਊਟ ਆਫ ਸਟੇਟ ਤਾਂ ਅਸੀਂ ਦੇਖ ਰਹੇ ਹਾਂ ਉਹਦਾ। ਇਹ ਕਿੰਨੀ ਕੁ ਦੇਰ ਤੋਂ ਕੰਮ ਕਰਦੇ ਸੀ ਮੈਡਮ ਜੀ ਐਟਲੀਸਟ ਬਹੁਤ ਜ਼ਿਆਦਾ ਤਾਂ ਨਹੀਂ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ, ਬਟ 6-7 ਮਹੀਨੇ ਸਾਲ ਤੱਕ ਕਹਿ ਸਕਦੇ। ਮੈਡਮ ਜਿਹੜੇ ਇਹ ਸੀਗੇ ਸਟੂਡੈਂਟ ਸੀ ਜਾਂ ਸੀ ਇਹਨਾਂ ਦੀ ਏਜ ਤਾਂ ਮਿਡ 20s ਤੋਂ ਲੈ ਕੇ 30 ਤੱਕ ਹੀ ਹੈ। ਦੇ ਆਰ ਨਾਟ ਵੈਰੀ 올ਡ, ਸਾਰੇ ਯੰਗ ਹੀ ਸਾਰੇ ਲੜਕੇ। ਪੜ੍ਹੇ ਲਿਖੇ ਜਾਂ ਬਹੁਤ ਜ਼ਿਆਦਾ ਪੜ੍ਹੇ ਨਹੀਂ ਹੈ, ਕੋਈ 8ਵੀਂ ਪਾਸ ਹੈ, ਕੋਈ 12ਵੀਂ, ਕੋਈ BA ਪਾਸ ਹੈ। ਬਟ ਬਟ ਡਿਸਟ੍ਰਿਕਟ ਦੇ ਅਕਿਊਜ਼ ਨੇ, ਉਹਨਾਂ ਦਾ ਕੋਈ ਫੀਡਬੈਕ ਜਾਂ ਬੈਕਗ੍ਰਾਉਂਡ ਆਇਆ ਜੀ? ਡਿਸਟ੍ਰਿਕਟ ਦੇ ਜੀ ਸਾਡੇ 2 ਅਕਿਊਜ਼ਡ ਹੈਗੇ। ਉਹਨਾਂ ਦਾ ਇਸ ਤਰ੍ਹਾਂ ਦਾ ਬੈਕਗ੍ਰਾਉਂਡ ਤਾਂ ਨਹੀਂ ਹੈ। ਇਹ ਮਨੋਜ ਹੀ ਹੈ ਜਿਹੜਾ ਅਜਮੇਰ ਦਾ ਹੈ, ਇਹਦਾ ਫੋਰਨ ਕਰੰਸੀ ਮੇਨ ਉਹੀ ਹੈ। ਹਾਂਜੀ। ਇੱਕ ਕੁਐਸਚਨ ਹੋ ਰਿਹਾ ਜੀ, ਇਹ ਕੋਈ ਗੱਲਬਾਤ ਆਈ ਹੈ ਸਾਹਮਣੇ ਵੀ ਇਹਨਾਂ ਨੇ ਕਿੰਨਾ ਇਸ ਤੋਂ ਪਹਿਲਾਂ ਕੋਈ ਪੈਸਾ ਪੂਸਾ ਆਪਣਾ ਜਿਹੜਾ ਹੈਗਾ ਜਾਲੀ ਕਰੰਸੀ ਮਾਰਕੀਟ ਦੇ ਵਿੱਚ ਸਿੱਟੇ? ਨਹੀਂ ਜੀ, ਹਾਲੇ ਤੱਕ ਇਹਦਾ ਨਹੀਂ ਪਤਾ ਇਹ ਫਿਰ ਲੱਗਿਆ। ਸੇਲ ਕਿੱਦਾਂ ਕਰਦੀ, ਕੀ ਅਮਾਉਂਟ ਦੇ ਵਿੱਚ ਕਿੰਨੀ ਵੇਚਦੀ ਜਿਵੇਂ 1 ਲੱਖ? ਥੋੜਾ ਬਹੁਤ ਜੋ ਪਤਾ ਲੱਗਿਆ ਹੈ, ਜਿਵੇਂ ਜੇ 10,000 ਦਾ ਪੈਸੇ ਦੇ ਕੇ 30,000 ਦੇ ਜਾਲੀ ਦੇ ਰਹੇ, ਇੰਨਾ ਕੁ ਮਾਰਜਨ ਹਲੇ ਸਾਹਮਣੇ ਹੈ। ਬਹੁਤ ਜ਼ਿਆਦਾ ਕੀਤਾ ਨਹੀਂ ਸੀ, ਪਹਿਲਾਂ ਇਹਨਾਂ ਨੂੰ ਪ੍ਰੀਐਮਪਟ ਕਰ ਦਿੱਤਾ ਗਿਆ। ਥੈਂਕ ਯੂ। ਥੈਂਕ ਯੂ।